ਚਵਲ ਬੰਦੇ ਦੇ ਕਿਹੜਾ ਮੂੰਹ ਤੇ ਲਿਖਿਆ ਹੁੰਦਾ ਉਹ ਚਵਲ ਹੈ ਜਿੰਨੀ ਦੇਰ ਤੱਕ ਉਹਦੇ ਨਾਲ ਵਾਹ ਨਾ ਪਵੇ। ਲੇਕਿਨ ਨੌਜਵਾਨ ਨੇ ਵੀ ਇਸ ਤਰ੍ਹਾਂ ਦਾ ਉਹਦੇ ਕੋਲੋਂ ਬਦਲਾ ਲਿਆ, ਸਾਰੀ ਜ਼ਿੰਦਗੀ ਉਹ ਯਾਦ ਰੱਖੇਗਾ। ਕਹਿੰਦਾ 1 ਸਾਲ ਹੋਇਆ ਮੈਨੂੰ ਯੂਰਪ ਆਇਆ, ਇਹ ਕੋਈ ਖਾਸ ਮੇਰਾ ਕੰਮ ਨਹੀਂ ਸੀ ਹੈ। ਕਹਿੰਦਾ ਜਿਸ ਡੇਰੇ ਤੇ ਮੈਂ ਰਹਿੰਦਾ ਸਾਂ ਉਹਦੇ ਤੇ ਇੱਕ ਬੰਦਾ ਆਉਂਦਾ ਹੁੰਦਾ, ਬੜਾ ਸੋਹਣਾ ਉਹਨੇ ਕਪੜਾ ਜੁੱਤੀ ਪਾਇਆ ਹੁੰਦਾ। ਕਹਿੰਦਾ ਜਿਸਲੇ ਉਹ ਸਾਡੇ ਘਰ ਆਉਂਦਾ ਸੀ ਮੈਂ ਉਹਨੂੰ ਰੋਟੀ ਲਾਜ਼ਮੀ ਬਣਾ ਕੇ ਦਿੰਦਾ, ਉਹਨੂੰ ਚਾਹ ਪਿਲਾਉਂਦਾ ਸਾਂ। ਇਤਨੀ ਮੈਂ ਉਹਦੀ ਇੱਜ਼ਤ ਕਰਦਾ, ਮੈਨੂੰ ਨਹੀਂ ਸੀ ਪਤਾ ਕਿ ਕਿਸ ਤਰ੍ਹਾਂ ਦਾ ਇਹ ਬੰਦਾ ਹੈ। ਕਹਿੰਦਾ ਉਹਨੇ ਪਾਕਿਸਤਾਨ ਜਾਣਾ ਸੀ। ਮੈਂ ਕਿਹਾ ਭਾਈ ਤੁਸੀਂ ਪਾਕਿਸਤਾਨ ਜਾ ਰਹੇ ਹੋ, ਮੇਰੀਆਂ ਵੀ 2-3 ਚੀਜ਼ਾਂ ਲੈ ਜਾਓਗੇ? ਕਹਿੰਦਾ ਕਿਹੜੀਆਂ ਚੀਜ਼ਾਂ ਨਹੀਂ? ਕਹਿੰਦਾ ਮੈਂ ਕਿਹਾ ਭਾਈ 2 ਬਦਾਮਾਂ ਦੇ ਪੈਕਟ ਤੇ 2 ਲੋਸ਼ਨ। ਕਹਿੰਦਾ ਠੀਕ ਹੈ ਤੂੰ ਲੈ ਆ, ਮੈਂ ਲੈ ਜਾਵਾਂਗਾ। ਕਹਿੰਦਾ ਮੈਂ ਚੀਜ਼ਾਂ ਲਿਆਂਦੀਆਂ ਤਾਂ ਉਹਨੂੰ ਫੋਨ ਮਾਰਿਆ ਕਿ ਭਾਈ ਤੁਸੀਂ ਮੇਰੀਆਂ ਚੀਜ਼ਾਂ ਲੈ ਜਾਓ। ਕਹਿੰਦਾ ਯਾਰ ਹੁਣ ਮੇਰੇ ਕੋਲ ਜਗ੍ਹਾ ਕੋਈ ਨਹੀਂ ਰਹੀ। ਕਹਿੰਦਾ ਮੈਂ ਕਿਹਾ ਭਾਈ ਹੁਣ ਮੈਂ ਲੈਂਦੀਆਂ ਨੇ, ਨਾਲੇ ਘਰ ਦੱਸ ਦਿੱਤੇ ਆ, ਮਿਹਰਬਾਨੀ ਕਰਕੇ ਮੇਰੀਆਂ ਚੀਜ਼ਾਂ ਲੈ ਜਾਓ। ਕਹਿੰਦਾ ਚੱਲ ਯਾਰ ਲੈ ਆ, ਵਿੱਚ ਕਿਧਰੇ ਨਾ ਕਿਧਰੇ ਪਸਾ ਲੈਨੇ ਆ। ਕਹਿੰਦਾ ਮੈਂ ਜਿਸਲੇ ਉਹਦੇ ਡੇਰੇ ਤੇ ਪਹੁੰਚਿਆ ਕਿ 4-5 ਬੰਦੇ ਪਹਿਲੇ ਹੀ ਬੈਠੇ ਸੀ। ਕਹਿੰਦਾ ਮੈਂ ਆਪਣਾ ਛਾਪਰ ਸਾਈਡ ਤੇ ਰੱਖਿਆ, ਮੈਂ ਵੀ ਬਹਿ ਰਿਹਾ ਆਰਾਮ ਸਕੂਨ ਨਾਲ। ਕਹਿੰਦਾ ਮੈਨੂੰ ਕਹਿੰਦਾ ਯਾਰ ਉੱਠ ਕੇ ਚਾਹ ਤੇ ਬਣਾਈ। ਕਹਿੰਦਾ ਮੈਂ ਉੱਠ ਕੇ ਗਿਆ, ਜਾ ਕੇ ਕਿਚਨ 'ਚ ਇਹਨਾਂ ਦੇ ਚਾਹ ਬਣਾਈ, ਸਾਰੇ ਬੰਦਿਆਂ ਨੂੰ ਲਿਆ ਕੇ ਚਾਹ ਪਿਲਾਈ। ਕਹਿੰਦਾ ਇਹ ਬੈਠੇ ਅਸਾਂ ਤੇ ਕਹਿੰਦਾ ਯਾਰ ਉੱਠ ਕੇ ਜਾ ਕੇ ਨਾ ਕੱਪ ਧੋਇਆ, ਇਹ ਨਾ ਹੋਵੇ ਡੇਰੇ ਵਾਲੇ ਮੁੰਡੇ ਆ ਕੇ ਐਵੇਂ ਗੱਲਾਂ ਕਰਨ ਲੱਗ ਪੈਣ। ਕਹਿੰਦਾ ਮੈਂ ਜਾ ਕੇ ਕੱਪ ਧੋਇਆ। ਕਹਿੰਦਾ ਜ਼ਾਹਿਰੀ ਗੱਲ ਆ ਮੇਰੇ ਕੋਲ ਇਹ ਪੇਪਰ ਕੋਈ ਨਹੀਂ ਸੀ, ਇਹ ਕੰਮ ਵੀ ਮੇਰਾ ਐਡਾ ਖਾਸ ਕੋਈ ਨਹੀਂ ਸੀ, ਉਹ ਇਸਤੇਮਾਲ ਕਰਨ ਦੀ ਕੋਸ਼ਿਸ਼ ਪਿਆ ਕਰਦਾ ਸੀ। ਕਹਿੰਦਾ ਉਹਨੇ ਫਿਰ ਮੇਰੇ ਪੈਕਟ ਚੁੱਕ ਕੇ ਤੇ ਹੈਂਡੀ ਬੈਗ 'ਚ ਰੱਖੇ, 2 ਲੋਸ਼ਨ ਜਿਹੜੇ ਨੇ ਦੂਸਰੇ ਬੈਗ 'ਚ ਰੱਖੇ। ਕਹਿੰਦਾ ਦੇਖ ਯਾਰ ਜਗ੍ਹਾ ਕੋਈ ਨਹੀਂ, ਲੇਕਿਨ ਮੈਂ ਵਿੱਚ ਪਸਾਣ ਲੱਗੀ ਆ। ਕਹਿੰਦਾ ਮੈਂ ਕਿਹਾ ਭਾਈ ਮਿਹਰਬਾਨੀ ਤੁਹਾਡੀ। ਕਹਿੰਦਾ ਭਾਈ ਮੈਂ ਤੁਹਾਡਾ ਨੰਬਰ ਜਿਹੜਾ ਨਾ ਆਪਣੇ ਘਰ ਦੇ ਦਿਆਂਗਾ ਤੇ ਤੁਹਾਨੂੰ ਮੈਂ ਆਪਣੇ ਘਰ ਦਾ ਨੰਬਰ ਦੇ ਦੇਣਾ। ਕਹਿੰਦਾ ਯਾਰ ਠੀਕ ਹੈ ਤੂੰ ਮੈਨੂੰ ਦੇ ਦੇ ਤੇ ਮੈਂ ਰਾਬਤਾ ਉਹਨਾਂ ਨਾਲ ਕਰ ਲਾਂਗਾ। ਕਹਿੰਦਾ ਜਿਸਲੇ ਉਹ ਪਾਕਿਸਤਾਨ ਗਿਆ ਘਰ ਦੇ ਨੂੰ ਮੈਂ ਕਿਹਾ ਠਹਿਰ ਜਾਓ 1-2 ਦਿਨ ਠਹਿਰ ਕੇ ਤੇ ਤੁਸੀਂ ਫੋਨ ਮਾਰਿਓ। ਕਹਿੰਦਾ ਉਹਨਾਂ 1-2 ਦਿਨ ਬਾਅਦ ਜਿਸਲੇ ਫੋਨ ਮਾਰਿਆ, ਪਹਿਲਾਂ ਤੇ ਉਹ ਫੋਨ ਹੀ ਕੋਈ ਸੀ ਚੁੱਕਦਾ ਪਿਆ, 2 ਦਿਨ ਬਾਅਦ ਉਹਨੇ ਫੋਨ ਚੁੱਕਿਆ ਤੇ ਉਹਨੇ ਆਖਿਆ ਠੀਕ ਹੈ ਤੁਸੀਂ ਆ ਜਾਓ ਫਲਾਣੇ ਪਿੰਡ, ਉੱਥੋਂ ਆ ਕੇ ਤੁਸੀਂ ਆਪਣਾ ਸਮਾਨ ਲੈ ਜਾਓ। ਕਹਿੰਦਾ ਜਿਸਲੇ ਉੱਥੇ ਗਏ, ਪਿੰਡ ਕਾਫੀ ਦੂਰ ਪਿੰਡ ਸੀ ਤੇ ਸਖਤ ਗਰਮੀ ਸੀ। ਕਹਿੰਦਾ ਜਿਸਲੇ ਉੱਥੇ ਪਹੁੰਚੇ ਨੇ ਉਹਨਾਂ ਬੈਟਰੀ ਬਿਠਾਇਆ, ਇੱਕ ਨਿੱਕਾ ਆ ਉਹਨੇ ਆ ਕੇ ਗਲਾਸ ਦਾ ਠੰਡਾ ਪਾਣੀ ਦਿੱਤਾ। ਕਹਿੰਦਾ ਉਹ ਪੀ ਕੇ ਉੱਥੇ ਬਹਿ ਰਹੇ। ਕਹਿੰਦਾ ਕਾਫੀ ਦੇਰ ਬੈਠੇ ਰਹੇ ਤੇ ਬਾਅਦ 'ਚ ਇੱਕ ਹੋਰ ਬੰਦਾ ਹੈ ਉਹਨੇ ਆਖਿਆ ਜੀ ਆਪੂ ਤੇ ਉਹ ਘਰ ਕੋਈ ਨਹੀਂ ਕਿਰੇ ਐਮਰਜੈਂਸੀ ਉੱਥੇ ਟੁਰ ਗਏ ਨੇ ਤੇ ਇਹ ਤੁਹਾਡਾ ਸਮਾਨ ਹੈ ਸਾਨੂੰ ਦੱਸ ਗਏ ਤੇ ਤੁਸੀਂ ਆਪਣਾ ਸਮਾਨ ਲੈ ਜਾਓ। ਕਹਿੰਦਾ ਨਾ ਉਹਨਾਂ ਚਾਹ ਪੁੱਛਿਆ ਨਾ ਕੋਈ ਬੋਤਲ ਪੁੱਛੀ, ਖਾਲੀ ਪਾਣੀ ਦਾ ਗਲਾਸ ਪਿਲਾ ਕੇ ਤੇ ਉਹ ਜਿਹੜਾ ਸਾਨੂੰ ਫਾਰਕ ਹੈ। ਕਹਿੰਦਾ ਮੈਂ ਕਿਹਾ ਠੀਕ ਹੈ ਮਿਹਰਬਾਨੀ ਸ਼ੁਕਰੀਆ। ਕਹਿੰਦਾ ਜਿਸਲੇ ਸਮਾਨ ਲੈ ਕੇ ਘਰੋਂ ਨਿਕਲੇ ਤੇ ਨਾਲ ਹੀ ਉਹਨਾਂ ਨੂੰ ਤੱਕ ਲਿਆ ਉੱਥੇ। ਕਹਿੰਦਾ ਨਿੱਕੇ ਭਰਾ ਨੇ ਫੋਟੋ ਛਿਕ ਲਈ ਉਹਦੀ। ਕਹਿੰਦਾ ਫੋਟੋ ਛਿਕ ਕੇ ਜਿਸਲੇ ਮੈਨੂੰ ਸੈਂਡ ਕੀਤੀ, ਕਹਿੰਦਾ ਇਸ ਤਰ੍ਹਾਂ ਸਾਨੂੰ ਕਹਿੰਦੇ ਨੇ ਉਹ ਘਰ ਕੋਈ ਨਹੀਂ, ਇਹ ਹੀ ਬੰਦਾ ਤੇ ਨਹੀਂ ਹੈ। ਕਹਿੰਦਾ ਬਿਲਕੁਲ ਇਹ ਹੀ ਬੰਦਾ ਹੈ। ਕਹਿੰਦਾ ਬਹਰਹਾਲ ਮੈਂ ਕਿਹਾ ਚਲੋ ਛੱਡੋ ਪਰ ਇਸ ਗੱਲ ਨੂੰ, ਤੁਸੀਂ ਸਮਾਨ ਲੈ ਲਿਆ? ਉਹਨੇ ਬਿਲਕੁਲ ਲੈ ਲਿਆ। ਉਹਨੇ ਕਿਹਾ ਕੋਈ ਉਹਨਾਂ ਸਾਨੂੰ ਬੋਤਲ ਨਹੀਂ ਪੁੱਛੀ, ਕੋਈ ਰੋਟੀ ਨਹੀਂ ਪੁੱਛੀ। ਉਹਨੇ ਕਿਹਾ ਚੱਲ ਛੱਡੋ ਤੁਸੀਂ ਜਾਓ ਆਪਣਾ ਸਮਾਨ ਲੈ ਕੇ। ਕਹਿੰਦਾ ਉਹ ਲੈ ਕੇ ਆ ਗਏ। ਕਹਿੰਦਾ ਜਿਸਲੇ ਉਹ ਆ ਗਏ, ਜਿਸਲੇ ਇਹ ਜਵਾਨ ਵਾਪਸ ਆਇਆ ਨਾ ਇੱਥੇ ਤੇ ਕਹਿੰਦਾ ਮੈਂ ਉਹਨੂੰ ਪੁੱਛਿਆ ਕਿ ਭਾਈ ਤੁਸੀਂ ਮੇਰੇ ਘਰਦਿਆਂ ਨੂੰ ਕਿਉਂ ਨਹੀਂ ਮਿਲੇ? ਉਹਨੇ ਆਖਿਆ ਯਾਰ ਮੇਰੀ ਤਬੀਅਤ ਨਹੀਂ ਸੀ ਸਹੀ, ਮੇਰਾ ਪੇਟ 'ਚ ਬਹੁਤ ਜ਼ਿਆਦਾ ਵੱਟ ਪੈਂਦਾ ਸੀ ਪਿਆ ਗਰਮੀ ਦੀ ਵਜ੍ਹਾ ਨਾਲ, ਇਸ ਵਾਸਤੇ ਮੈਂ ਝੱਟ ਵੀ ਬਹਿ ਨਹੀਂ ਸਕਦਾ ਆ ਤੇ ਮੈਂ ਸ਼ਰਮਿੰਦਗੀ ਨਾਲ ਉਹਨਾਂ ਨੂੰ ਜਿਹੜਾ ਨਾ ਕੁਝ ਕਹਿ ਨਹੀਂ ਸਕਿਆ। ਕਹਿੰਦਾ ਮੈਂ ਕਿਹਾ ਚਲੋ ਭਾਈ ਕੋਈ ਨਹੀਂ ਮਸਲਾ, ਮੈਂ ਸਮਝਿਆ ਕਿ ਜਾਣਬੁੱਝ ਕੇ ਤੁਸੀਂ ਆਨਾ ਕਿ ਯਾਰ ਜਾਣਬੁੱਝ ਕੇ ਕਿਉਂ ਇਸ ਤਰ੍ਹਾਂ ਕਰਨਾ ਸੀ, ਤਬੀਅਤ ਮੇਰੀ ਬਹੁਤ ਖਰਾਬ ਸੀ, ਮੈਂ ਬਾਅਦ ਜਾ ਕੇ ਡ੍ਰਿਪ ਵੀ ਲਵਾ ਕੇ ਆ। ਚਲੋ ਭਾਈ ਕੋਈ ਨਹੀਂ ਮਸਲਾ। ਕਹਿੰਦਾ ਬਾਅਦ ਚ ਇੰਝ ਹੋਇਆ ਕਿ ਉਹ ਅਕਸਰ ਸਾਡੇ ਡੇਰੇ ਤੇ ਆਉਂਦਾ ਸੀ। ਕਹਿੰਦਾ ਝੱਟ ਬਹਿੰਦਾ, ਲੇਕਿਨ ਉਹਨੇ ਮੈਨੂੰ ਇੱਕ ਦਿਹਾੜੀ ਵੀ ਕਿਧਰੇ ਕੰਮ ਤੇ ਨਹੀਂ ਸੀ ਖੜਿਆ। ਕਹਿੰਦਾ ਇੱਕ ਦਿਨ ਇੰਝ ਹੋਇਆ ਮੈਨੂੰ ਕਹਿੰਦਾ ਕਿ ਯਾਰ ਮੈਂ ਗੱਡੀ ਲੈਣੀ ਹੈ, ਮੇਰਾ ਦਿਲ ਹੈ ਜਾ ਕੇ ਕਿਧਰੋਂ ਸ਼ੋਰੂਮ ਤੋਂ ਮੈਂ ਗੱਡੀ ਲੈ ਕੇ ਆਵਾਂ। ਕਹਿੰਦਾ ਇਹ ਉਹਦੇ ਕੋਲ ਗੱਡੀ ਕੋਈ ਨਹੀਂ ਸੀ ਹੈ। ਕਹਿੰਦਾ ਮੈਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਜਾਣਾ, ਅਸੀਂ ਗੱਡੀ ਦੋਏ ਤੱਕ ਕੇ ਪਸੰਦ ਕਰਕੇ ਲਿਆਵਾਂਗੇ। ਕਹਿੰਦਾ ਮੈਨੂੰ ਗੱਡੀਆਂ ਦਾ ਥੋੜਾ ਬਹੁਤ ਪਤਾ ਵੀ ਹੈ। ਕਹਿੰਦਾ ਮੈਨੂੰ ਉਹ ਨਾਲ ਲੈ ਗਿਆ। ਕਹਿੰਦਾ ਮੈਂ ਆਪਣਾ ਟ੍ਰੇਨ ਦੀ ਜਿਹੜੀ ਟਿਕਟ ਹੈ ਉਹ ਨਾਲ ਲੈ ਲਈ। ਕਹਿੰਦਾ ਜਿੱਧਰੋਂ ਵੀ ਗਏ ਆ ਮੈਂ ਆਪਣੀ ਟਿਕਟ ਲਾਈ, ਉਹਨੇ ਇੱਕ ਵਾਰੀ ਵੀ ਨਹੀਂ ਆਖਿਆ ਕਿ ਤੇਰੀ ਟਿਕਟ ਮੈਂ ਲਾਣਾ ਤੇ ਤੂੰ ਮੇਰੇ ਨਾਲ ਆਏ। ਕਹਿੰਦਾ ਬਹਰਹਾਲ 3-4 ਸ਼ੋਰੂਮਾਂ ਤੇ ਗਏ ਤੇ ਦਿਹਾੜ ਦਾ 1 ਵੱਜ ਗਿਆ, ਗਰਮੀ ਵੀ ਬੜੀ, ਕਹਿੰਦਾ ਭੁੱਖ ਬੜੀ ਲੱਗੇ ਤੇ ਇਹ ਜਿਹੜਾ ਕੋਈ ਸ਼ੈ ਖਵਾਲਣ ਨੂੰ ਤਿਆਰ ਨਹੀਂ ਸੀ ਤੇ ਗੱਡੀ ਨੂੰ ਪਸੰਦ ਕੋਈ ਨਹੀਂ ਸੀ ਆਉਂਦੀ ਪਈ। ਕਹਿੰਦਾ ਮੈਂ ਅੱਕ ਕੇ ਇੱਕ ਮਾਰਕੀਟ ਸੀ ਉਹਦੇ 'ਚ ਵੜਿਆ, ਇੱਕ ਚਿਪਸਾਂ ਦਾ ਪੈਕਟ ਛੋਟਾ ਜਿਹਾ ਮੈਂ ਲੈ ਕੇ ਜੂੰ ਹੀ ਬਾਹਰ ਨਿਕਲਿਆ ਨਾ, ਕਹਿੰਦਾ ਨਾਲ ਹੀ ਅੱਗੇ ਖਲੋ ਕੀ ਗੱਲ ਆ ਚਿਪਸ ਲੈ ਕੇ ਆਏ? ਕਹਿੰਦਾ ਨਾਲ ਹੀ ਉਹ ਚਿਪਸ ਮੇਰੇ ਖਾਣ ਲੱਗ ਪਿਆ। ਕਹਿੰਦਾ ਇਤਨੇ ਮੈਂ ਨਾ ਖਾਦੇ, ਸਾਰੇ ਉਹਨੇ ਖਾ ਦਿੱਤੇ। ਕਹਿੰਦਾ ਬਹਰਹਾਲ ਉੱਥੋਂ ਹੀ ਸੇ ਨਿਕਲਿਆ, ਇੱਕ ਹੋਰ ਜਗ੍ਹਾ ਤੇ ਗਏ ਆ, ਉੱਥੋਂ ਜਾ ਕੇ ਉਹਨੇ ਗੱਡੀ ਪਸੰਦ ਕੀਤੀ, ਉਹਦੇ ਨਾਲ ਗੱਲਬਾਤ ਕੀਤੀ। ਤਕਰੀਬਨ 4 ਵਜ ਗਏ ਸੀ, ਉਹਨੇ ਸ਼ੋਰੂਮ ਉਹਨੇ ਬੰਦ ਕਰਨਾ ਸੀ। ਕਹਿੰਦਾ ਉਹਦੇ ਨਾਲ ਗੱਲਬਾਤ ਹੋ ਗਈ, ਆਂਦਾ ਠੀਕ ਹੈ ਜੇ ਮੈਂ ਕੱਲ ਆਵਾਂਗਾ ਤੇ ਆ ਕੇ ਇਹ ਗੱਡੀ ਦੀ ਜਿਹੜੀ ਹੈ ਨਾ ਤੁਹਾਨੂੰ ਅਮਾਊਂਟ ਦੇ ਕੇ ਤੇ ਲੈ ਜਾਵਾਂਗਾ। ਉਹਨੇ ਆਖਿਆ ਜੀ ਠੀਕ ਹੈ ਕੱਲ ਤੁਸੀਂ 9 ਵਜੇ ਤੋਂ ਬਾਅਦ ਆ ਜਿਓ। ਕਹਿੰਦਾ ਜਿਸਲੇ ਵਾਪਸ ਆਏ ਤੇ ਕਹਿੰਦਾ ਫਿਰ ਉਸੇ ਤਰ੍ਹਾਂ ਟ੍ਰੇਨ ਦੀਆਂ ਟਿਕਟਾਂ ਸ਼ੀਟਾਂ ਲਾ ਕੇ ਤੇ ਮੈਂ ਵਾਪਸ ਆਇਆ। ਪਿੱਛੋਂ ਬੜਾ ਮੈਨੂੰ ਗੁੱਸਾ ਲੱਗਾ ਕਿ ਇਸ ਬੰਦੇ ਨੇ ਕੀਤਾ ਕੀ ਹੈ। ਕਹਿੰਦਾ ਜਿਸੇ ਮੈਂ ਘਰ ਆਇਆ ਆ ਕੇ ਫਟਾਫਟ ਰੋਟੀ ਬਣਾਈ ਤੇ ਰੋਟੀ ਬਣਾ ਕੇ ਖਾਣ ਲਗਾ ਤੇ ਨਾਲ ਇਹਨੇ ਬੈਲ ਮਾਰੀ ਤੇ ਕਹਿੰਦਾ ਇਸਲੇ ਉੱਤੇ ਆ। ਕਹਿੰਦਾ ਯਾਰ ਮੈਂ ਕਿਹਾ ਮੈਂ ਘਰ ਕੇ ਜਾਣਾ, ਚਲੋ ਇੱਥੇ ਹੀ ਤੇਰੇ ਕੋਲ ਰੋਟੀ ਖਾ ਕੇ ਜਾਣਾ। ਕਹਿੰਦਾ ਮੈਂ ਉਹਦੇ ਵਾਸਤੇ ਵੀ ਰੋਟੀ ਬਣਾਈ। ਕਹਿੰਦਾ ਰੋਟੀ ਖਾ ਕੇ ਚੱਟ ਬੈਠਾ, ਚਾਹ ਸ਼ਾਹ ਪੀ ਕੇ ਤੇ ਫਿਰ ਕਹਿੰਦਾ ਸੁਬਾਹ ਤੂੰ ਮੇਰੇ ਨਾਲ ਲਾਜ਼ਮੀ ਜਾਣਾ ਤਾਂ ਕਿ ਗੱਡੀ ਟੈਸਟ ਕਰਨੀ ਹੈ, ਪਤਾ ਲੱਗੇ ਕਿ ਗੱਡੀ ਕਿਸ ਤਰ੍ਹਾਂ ਦੀ ਹੈ। ਕਹਿੰਦਾ ਪਹਿਲਾਂ ਤੇ ਮੈਂ ਇਹ ਸੋਚਿਆ ਕਿ ਹੁਣ ਇਹਦੇ ਨਾਲ ਨਹੀਂ ਜਾਣਾ।
ਕਹਿੰਦਾ ਸਵੇਰ ਜਿਸਲੇ ਇਹਨੇ ਫੋਨ ਮਾਰਿਆ ਨਾ ਮੈਨੂੰ, ਕਹਿੰਦਾ ਚਲੀਏ ਫਿਰ ਗੱਡੀ ਵੱਲ। ਕਹਿੰਦਾ ਮੈਂ ਕਿਹਾ ਯਾਰ ਭਾਈ ਮੇਰੀਆਂ ਲੱਤਾਂ ਪੀਆਂ ਦਰਦ ਕਰਦੀਆਂ ਨੇ, ਕਿਉਂਕਿ ਕੱਲ ਵੀ ਤੁਹਾਡੇ ਨਾਲ ਮੈਂ ਬੜਾ ਫਿਰਿਆ, ਇਸ ਵਾਸਤੇ ਮੇਰੇ ਕੋਲ ਹੁਣ ਜਾਣ ਨਹੀਂ ਹੋਇਆ। ਨੇ ਕਿਹਾ ਯਾਰ ਹੁਣ ਵਾਪਸੀ ਤੇ ਗੱਡੀ ਤੇ ਆਉਣਾ, ਕਿਹੜਾ ਕੋਈ ਮਸਲਾ ਹੀ, ਚਲਾ ਚਲੀਏ। ਕਹਿੰਦਾ ਉਹਨੇ, ਮੈਂ ਠੀਕ ਹੈ ਭਾਈ ਮੈਂ ਆਉਣਾ। ਕਹਿੰਦਾ ਮੈਂ ਕੱਪੜੇ ਪਾ ਕੇ ਫਿਰ ਥੱਲੇ ਢਾਲਿਆ। ਕਹਿੰਦਾ ਫਿਰ ਆਪਣੀਆਂ ਟਿਕਟਾਂ ਲਾਈਆਂ। ਕਹਿੰਦਾ ਟਿਕਟਾਂ ਲਾ ਕੇ ਜਿਸਲੇ ਉੱਥੇ ਸ਼ੋਰੂਮ ਤੇ ਗਏ, ਉੱਥੇ ਜਾ ਕੇ ਗੱਲਬਾਤ ਕੀਤੀ ਉਸ। ਕਹਿੰਦਾ ਸਾਰੇ ਪੈਸੇ ਸ਼ੈਸੇ ਦਿੱਤੇ ਤੇ ਗੱਡੀ ਦੀ ਚਾਬੀ ਇਹਨੇ ਫੜ ਲਈ। ਕਹਿੰਦਾ ਤਾਕਾ ਗੱਡੀ ਸਹੀ ਹੈ। ਕਹਿੰਦਾ ਮੈਂ ਕਿਹਾ ਭਾਈ ਗੱਡੀ ਬਹੁਤ ਸੋਹਣੀ ਹੈ, ਬੜੀ ਵਧੀਆ ਗੱਡੀ ਲੱਗਦੀ ਹੈ ਵੀ ਮੈਨੂੰ। ਕਹਿੰਦਾ ਚਲਾ ਫਿਰ ਇਹਦੇ ਤੇ ਜ਼ਰਾ ਝੂਟਾ ਲਵੀਏ। ਕਹਿੰਦਾ ਇਸ ਚੱਕਰ ਸ਼ੱਕਰ ਅੱਗੂ ਪਿੱਛੂ ਲਾ ਕੇ, ਕਹਿੰਦਾ ਵਾਕਈ ਭਾਈ ਬੜੀ ਸੈੱਟ ਗੱਡੀ ਹੈ। ਕਹਿੰਦਾ ਜਿਸਲੇ ਉੱਥੋਂ ਨਿਕਲਿਆ, ਕਹਿੰਦਾ ਨਿਕਲਦਿਆਂ ਸਾਥ ਹੀ ਨਾ ਮੈਨੂੰ ਅੱਗੇ ਟ੍ਰੇਨ ਸਟੇਸ਼ਨ ਆ, ਕਹਿੰਦਾ ਯਾਰ ਮੈਨੂੰ ਥੋੜਾ ਜਿਹਾ ਕੰਮ ਹੈ, ਤੂੰ ਇੰਜ ਕਰ ਟ੍ਰੇਨ ਪਕੜ ਕੇ ਨਾ ਤੇ ਘਰ ਟੁੱਟ ਜਾ, ਫਿਰ ਤੁਹਾਡੇ ਘਰ ਮੈਂ ਹੁਣੇ ਲਾਨਾ ਚੱਕਰ। ਕਹਿੰਦਾ ਮੇਰਾ ਮੂੰਹ ਅੱਡਿਆ ਤੇ ਅੱਡਿਆ ਰਹਿ ਗਿਆ ਕਿ ਮੈਨੂੰ ਨਾਲ ਲੈ ਕੇ ਆ, ਟਿਕਟਾਂ ਸਾਰੀਆਂ ਮੇਰੀਆਂ ਲਵਾ ਕੇ ਨਾਲ ਹੁਣ ਐਡੀ ਦੂਰੋਂ ਮੈਂ ਟ੍ਰੇਨ ਤੇ ਬਹਿ ਕੇ ਵਾਪਸ ਜਾ। ਕਹਿੰਦਾ ਬਹਰਹਾਲ ਮੈਂ ਉੱਥੋਂ ਲੈ, ਕਹਿੰਦਾ ਅੱਗੋਂ ਜ਼ਿੰਦਗੀ 'ਚ ਇਸ ਬੰਦੇ ਨੂੰ ਮੈਂ ਮੂੰਹ ਨਹੀਂ ਲਾਣਾ। ਕਹਿੰਦਾ ਮੈਂ ਉੱਥੋਂ ਟ੍ਰੇਨ ਤੋਂ ਬੈਠਾ ਤੇ ਘਰ ਆਇਆ, ਘਰ ਆ ਕੇ ਕਹਿੰਦਾ ਰੋਟੀ ਛੋਟੀ ਬਣਾਈ ਤੇ ਲੰਮਾ ਪੈ ਰਿਹਾ, ਕੰਮ ਤੇ ਮੇਰੇ ਕੋਲ ਹੈ ਕੋਈ ਨਹੀਂ ਸੀ। ਕਹਿੰਦਾ ਜਿਸਲੇ ਸਾਡੇ ਡੇਰੇ ਤੇ ਆਇਆ ਨਾ, ਫਿਰ ਮੈਨੂੰ ਕਹਿੰਦਾ ਕਿ ਯਾਰ ਕੀ ਗੱਲ ਹੈ, ਤੂੰ ਮੇਰੇ ਨਾਲ ਕੋਈ ਬੋਲਦਾ ਚਾਲਦਾ ਨਹੀਂ ਪਿਆ, ਮੇਰੀ ਗੱਡੀ ਲੱਗਦਾ ਤੈਨੂੰ ਪਸੰਦ ਨਹੀਂ ਹੈ। ਕਹਿੰਦਾ ਮੈਂ ਕਿਹਾ ਭਾਈ ਗੱਡੀ ਬੜੀ ਸੋਹਣੀ ਹੈ ਤੁਹਾਡੀ। ਕਹਿੰਦਾ ਮੈਨੂੰ ਵੱਟ ਬੜਾ ਸੀ, ਮੇਰਾ ਦਿਲ ਕਰਦਾ ਉੱਠ ਕੇ ਨਾ ਪਟਕਾਰ ਸੱਟਾਂ ਇਹਨੂੰ, ਮੇਰੇ ਘਰਦਿਆਂ ਨਾਲ ਵੀ ਜ਼ਿਆਦਤੀ ਕੀਤੀ, ਤੂੰ ਮੇਰੇ ਨਾਲ ਵੀ ਜ਼ਿਆਦਤੀ ਕੀਤੀ, ਦਾ ਮਤਲਬ ਇਹ ਤੇ ਨਹੀਂ ਕਿ ਮੈਂ ਨਵਾਂ ਆਇਆ ਤੇ ਮੇਰੇ ਨਾਲ ਇਸ ਤਰ੍ਹਾਂ ਦਾ ਇਹ ਵਰਤਾਓ ਕਰੇ। ਕਹਿੰਦਾ ਬਹਰਹਾਲ ਮੈਂ ਜਿਹੜਾ ਨਾ ਚੁੱਪ ਕਰ ਰਿਹਾ। ਕਹਿੰਦਾ ਮੈਨੂੰ ਵੱਟ ਸੀ ਕਿ ਇਹਦੇ ਤੇ ਮੈਂ ਕਿਹੜੇ ਵੱਟ ਕਰਨਾ। ਕਹਿੰਦਾ ਮੈਂ ਇਸਲੇ ਢਲਿਆ ਤੇ ਇਹਦੇ ਡੇਰੇ ਦੇ ਅੱਗੇ ਨਾ ਇਹਦੀ ਗੱਡੀ ਖਲੋਤੀ ਸੀ। ਕਹਿੰਦਾ ਸ਼ਾਮ ਦਾ ਟਾਈਮ ਸੀ। ਕਹਿੰਦਾ ਮੈਂ ਲੈ ਕੇ ਨਾ ਚੰਗਾ ਵੱਡਾ ਜੇ ਲੋਹੇ ਦਾ ਪੀਸ ਜਾ, ਕਹਿੰਦਾ ਮੈਂ ਇਹਦੀ ਗੱਡੀ ਤੇ ਚੰਗੇ ਜ਼ੋਰ ਦੀਆਂ ਇੰਜ ਲਕੀਰਾਂ ਪਾ ਦਿੱਤੀਆਂ ਇਧਰੋਂ ਤਰਵਾਂ ਸਾਈਡਾਂ ਤੋਂ। ਕਹਿੰਦਾ ਪਿੱਛੋਂ ਵੀ ਉਹ ਦੂਜੀ ਸਾਈਡ ਜੇ ਡਰਾਈਵਰ ਵਾਲੀ ਸਾਈਡ ਤੋਂ ਉਰਲੀ ਸਾਈਡ ਤੋਂ। ਕਹਿੰਦਾ ਮੈਂ ਚੰਗੀਆਂ ਜ਼ੋਰ ਦੀਆਂ ਚੰਗੀਆਂ ਗੂੜੀਆਂ ਜਿਹੜੀਆਂ ਲਕੀਰਾਂ ਨੇ ਨਾ, ਚੰਗਾ ਪਤਾ ਲੱਗਦਾ ਸੀ ਕਿ ਗੱਡੀ ਦੀ ਸਤਿਆਨਾਸ਼ ਵੱਜ ਗਈ ਹੈ। ਕਹਿੰਦਾ ਮੈਂ ਉੱਥੋਂ ਚੁੱਪ ਕਰਕੇ ਨਿਕਲ ਆਇਆ। ਕਹਿੰਦਾ ਜਿਸ ਵੇਲੇ ਮੈਂ ਨਿਕਲ ਕੇ ਆਇਆ ਤੇ ਦੂਜੇ ਦਿਨ ਸਾਡੇ ਡੇਰੇ ਤੇ ਆ, ਕਹਿੰਦਾ ਯਾਰ ਕਿਸੇ ਨੇ ਮੇਰੇ ਨਾਲ ਇਹ ਕੀ ਕਰ ਦਿੱਤੀ। ਉਹਨੇ ਕਿਹਾ ਕੀ ਹੋਇਆ? ਉਹਨੇ ਕਿਹਾ ਯਾਰ ਗੱਡੀ ਲੈ ਕੇ ਆਇਆ ਸਾਂ, ਗੱਡੀ ਦੀ ਸਾਰੀ ਕੀਮਤ ਟੈ ਪਈ ਆ, ਉਹ ਕਿਸੇ ਨੇ ਲਕੀਰਾਂ ਮਾਰ ਗਿਆ, ਕੋਈ ਰਾਤੀ ਜੈਲਸ ਹੋ ਗਿਆ। ਕਹਿੰਦਾ ਮੈਂ ਉੱਥੇ ਹੀ ਬੈਠਿਆ ਸਾਂ, ਮੈਂ ਕਿਹਾ ਤੇਰੇ ਨਾਲ ਤੇ ਮੈਂ ਹੋਰ ਕੁਝ ਵੀ ਬੜਾ ਕਰਨਾ ਸੀ, ਲੇਕਿਨ ਅੱਗੋਂ ਮੈਨੂੰ ਮੌਕਾ ਮਿਲਿਆ ਉਹ ਵੀ ਨਹੀਂ ਮੈਂ ਛੱਡਣਾ। ਲੇਕਿਨ ਕਹਿੰਦਾ ਬਹਰਹਾਲ ਉਹਦੀ ਗੱਡੀ ਜਿਹੜੀ ਮੈਂ ਸਤਿਆਨਾਸ਼ ਮਾਰਦੇ ਅੱਗੋਂ ਜਦੋਂ ਵੀ ਸਾਡੇ ਡੇਰੇ ਤੇ ਆਇਆ, ਕਹਿੰਦਾ ਮੈਂ ਕਦੇ ਵੀ ਉਹਨੂੰ ਚਾਹ ਨਹੀਂ ਪੁੱਛੀ, ਪਾਣੀ ਨਹੀਂ ਪੁੱਛਿਆ, ਜੋ ਮਰਜ਼ੀ ਹੋ ਜੇ, ਕਹਿੰਦਾ ਜੋ ਮਰਜ਼ੀ ਕਹਿ ਲੈ, ਲੇਕਿਨ ਮੈਂ ਉਹਨੂੰ ਜਿਹੜਾ ਚਾਹ ਨਹੀਂ ਬਣਾ ਕੇ ਦਿੱਤੀ। ਮੈਂ ਕਿਹਾ ਤੂੰ ਅਗਰ ਇੰਜ ਕਰੇਗਾ ਤੇ ਅਸੀਂ ਵੀ ਇੰਜ ਕਰਾਂਗੇ, ਬੇਸ਼ੱਕ ਅਸੀਂ ਇੱਥੇ ਨਵੇਂ ਆਏ ਆ। ਇਸ ਤਰ੍ਹਾਂ ਹੋ ਜਾਂਦਾ ਬੰਦੇ ਨਾਲ, ਬੰਦੇ ਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਕਿ ਉਹ ਬੰਦਾ ਚਵਲ ਹੈ। ਬਾਕੀ ਅਗਰ ਇਹ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੇ ਤਾਂ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਸਿਹਤ ਦਾ ਤੇ ਸਭ ਕੁਝ ਹੈ। ਅੱਲਾ ਹਾਫਿਜ਼।